ਬੇਅਦਬੀ ਮੁੱਦਿਆਂ ਤੇ ਹੋਈ ਧਾਰਮਿਕ ਇਕੱਤਰਤਾ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਅਕਾਲ ਤਖਤ ਨੇ ਕਰ ਦਿੱਤੇ ਵੱਡੇ ਖੁਲਾਸੇ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਅਦਬ ਸਤਕਾਰ ਨੂੰ ਢਾਹ ਲਾਉਣ ਵਾਲੀਆਂ ਕਾਰਵਾਈਆਂ ਜਿਹੜੀਆਂ ਨੇ ਉਹ ਹੋ ਰਹੀਆਂ ਨੇ। ਜਥੇਦਾਰ ਅਕਾਲ ਤਖਤ ਨੇ ਕਿਹਾ ਕਿ ਪੰਜਾਬ ਦੇ ਵਿੱਚ 13 ਤੋਂ 17 ਯਾਨੀ ਕਿ 2013 ਤੋਂ 2017 ਤੱਕ ਤਕਰੀਬਨ 143 ਤੇ 2017 ਤੋਂ 2019 ਤੱਕ ਤਕਰੀਬਨ 104 ਬੇਅਦਬੀ ਦੀਆਂ ਘਟਨਾਵਾਂ ਹੋਈਆਂ। ਜੇ ਅਸੀਂ ਟੋਟਲ ਗਿਣਤੀ ਗਿਣੀਏ ਤਾਂ 4 ਮਾਰਚ 2013 ਤੋਂ ਲੈ ਕੇ 27 ਫਰਵਰੀ 2017 ਤੱਕ 143 ਘਟਨਾਵਾਂ ਵਾਪਰੀਆਂ ਤੇ 4 ਮਾਰਚ 2017 ਤੋਂ ਲੈ ਕੇ 1.5 ਸਾਲ ਪਹਿਲਾਂ 12 ਫਰਵਰੀ 2019 ਤੱਕ 104 ਘਟਨਾਵਾਂ ਵਾਪਰੀਆਂ। ਸੰਗਤ ਸਾਰੀਆਂ ਘਟਨਾਵਾਂ ਨੂੰ ਰਲਾ ਕੇ ਦੇਖਦੀ ਹੈ, ਪਰ ਜਥੇਦਾਰ ਨੇ ਕਿਹਾ ਕਿ ਸਾਰੀਆਂ ਘਟਨਾਵਾਂ ਨੂੰ ਵੱਖ-ਵੱਖ ਤੌਰ ਤੇ ਦੇਖਣਾ ਚਾਹੀਦਾ ਹੈ। ਹਾਲਾਂਕਿ ਵੱਡੀਆਂ ਘਟਨਾਵਾਂ ਜੋ ਚਰਚਾ 'ਚ ਰਹੀਆਂ ਉਹ ਬਾਈਬਲ ਕਲਾਂ ਬਰਗਾੜੀ ਤੇ ਬੁਰਜ ਜਵਾਹਰ ਸਿੰਘ ਵਾਲਾ ਦੀਆਂ ਰਹੀਆਂ। ਬਰਗਾੜੀ ਦੇ ਵਿੱਚ ਬੁਰਜ ਜਵਾਹਰ ਸਿੰਘ ਵਾਲਾ ਦੇ ਵਿੱਚ ਗੁਰੂਸਰ ਦੇ ਵਿੱਚ ਘਟਨਾਵਾਂ ਘਟੀਆਂ, ਇਹ ਇੱਕ ਕੈਟਾਗਰੀ ਹੈ। ਇਹਦੇ ਪਿੱਛੇ ਜਿਹੜੇ ਦੋਸ਼ੀ ਸਨ ਬਹੁਤ ਹੀ ਸਿੱਖ ਧਰਮ ਨਾਲ, ਸਿੱਖ ਫਿਲਾਸਫੀ ਦੇ ਨਾਲ, ਸਿੱਖ ਮਰਿਆਦਾ ਨਾਲ, ਸਿੱਖ ਪਰੰਪਰਾਵਾਂ ਨਾਲ ਘਿਰਨਾ ਕਰਨ ਵਾਲੇ। ਜਥੇਦਾਰ ਨੇ ਬਾਰਡਰ ਏਰੀਏ ਦੇ ਵਿੱਚ ਹੋ ਰਹੀ ਕਨਵਰਜਨ ਤੇ ਵੀ ਵੱਡੇ ਸਵਾਲ ਚੁੱਕੇ। ਉਹਨਾਂ ਨੇ ਕਿਹਾ ਕਿ ਚਿੰਤਾ ਦਾ ਵਿਸ਼ਾ ਹੈ ਕਿ ਧੱਕੇ ਦੇ ਨਾਲ ਵਰਗਲਾ ਕੇ ਕਿਸੇ ਦਾ ਧਰਮ ਬਦਲਿਆ ਜਾ ਰਿਹਾ ਹੈ। ਇਸ ਦੇ ਉੱਤੇ ਚਰਚਾ ਹੋਣੀ ਲਾਜ਼ਮੀ ਹੈ। ਹਾਂ, ਹਰ ਕੋਈ ਆਜ਼ਾਦ ਹੈ ਕਿ ਉਹ ਧਰਮ ਬਦਲ ਸਕੇ, ਪਰ ਲਾਲਚ ਵਸ ਜਾਂ ਧੱਕੇ ਨਾਲ ਕਿਸੇ ਦਾ ਧਰਮ ਪਰਿਵਰਤਨ ਕਰਨਾ ਗਲਤ ਹੈ। ਕਿ ਜਿਹੜਾ ਬਾਰਡਰ ਏਰੀਏ ਦੇ ਵਿੱਚ ਧਰਮ ਪਰਿਵਰਤਨ ਹੋ ਰਿਹਾ ਹੈ ਬੜੀ ਸ਼ਾਤਰਤਾ ਦੇ ਨਾਲ। ਵੈਸੇ ਹਰ ਇੱਕ ਨੂੰ ਅਧਿਕਾਰ ਹੈ ਆਪਣੇ ਧਰਮ ਦੀਆਂ ਬੜਾਈਆਂ ਦੱਸਣ ਦਾ, ਲੇਕਿਨ ਸ਼ਾਤਰਤਾ ਦੇ ਨਾਲ ਡਰਾ ਕੇ ਧਮਕਾ ਕੇ ਕਿਸੇ ਦਾ ਕਨਵਰਜ਼ਨ ਕਰਾਉਣਾ ਜਿਹੜਾ ਇਹ ਗੱਲ ਬਿਲਕੁਲ ਯੋਗ ਨਹੀਂ ਹੈ, ਸਹੀ ਨਹੀਂ ਹੈ। ਸਤਿ ਸ਼੍ਰੀ ਅਕਾਲ, ਔਨ 에ਅਰ ਦੇਖ ਰਹੇ ਹੋ, ਮੈਂ ਹਾਂ ਸਿਮਰਨਜੋਤ ਸਿੰਘ ਮੱਕੜ। ਜਥੇਦਾਰ ਅਕਾਲ ਤਖਤ ਦੀ ਅਗਵਾਈ ਦੇ ਵਿੱਚ, ਸਿੰਘ ਸਾਹਿਬਾਨ ਦੀ ਅਗਵਾਈ ਦੇ ਵਿੱਚ ਸਿੱਖ ਜਥੇਬੰਦੀਆਂ, ਸਿੱਖ ਚਿੰਤਕਾਂ ਔਰ ਸਿੱਖਾਂ ਦੀ ਇੱਕ ਮੀਟਿੰਗ ਜਿਹੜੀ ਹੈ ਅਕਾਲ ਤਖਤ ਸਾਹਿਬ ਤੇ ਹੋਈ, ਜਿਸ ਦੇ ਵਿੱਚ ਬੇਅਦਬੀ ਨੂੰ ਲੈ ਕੇ ਚਰਚਾਵਾਂ ਕੀਤੀਆਂ ਗਈਆਂ, ਬੇਅਦਬੀ ਦੇ ਮੁੱਦੇ ਨੂੰ ਲੈ ਕੇ ਚਰਚਾਵਾਂ ਕੀਤੀਆਂ ਗਈਆਂ। ਗਿਆਨੀ ਹਰਪ੍ਰੀਤ ਸਿੰਘ ਤੋਂ ਇਲਾਵਾ ਬਹੁਤ ਸਾਰੀਆਂ ਮਾਇਨਾਜ਼ ਹਸਤੀਆਂ ਸਿੱਖ ਪੰਥ ਦੀਆਂ ਮੌਜੂਦ ਰਹੀਆਂ। ਰਣਬੀਰ ਸਿੰਘ ਖੱਟੜਾ ਮੌਜੂਦ ਰਹੇ ਔਰ ਇਸ ਮੌਕੇ ਤੇ ਜੋ ਹੋਇਆ ਦਰਅਸਲ ਉਸ ਦੇ ਬਾਰੇ ਚਰਚਾ ਕੀਤੀ ਗਈ। ਪਰ ਬਹੁਤ ਇੰਪੋਰਟੈਂਟ ਗੱਲ ਜੋ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਇਸ ਇਕੱਤਰਤਾ ਦੇ ਵਿੱਚ ਸੰਬੋਧਨ ਕਰਦਿਆਂ ਕਹੀ ਕਿ ਸੰਗਤ ਸਾਰੀਆਂ ਘਟਨਾਵਾਂ ਨੂੰ ਰਲਾ ਕੇ ਦੇਖਦੀ ਹੈ, ਪਰ ਇਹ ਘਟਨਾਵਾਂ ਅਲੱਗ-ਅਲੱਗ ਨੇ। ਉਹਨਾਂ ਨੇ ਅੰਕੜੇ ਪੇਸ਼ ਕੀਤੇ ਜੋ ਹੈਰਾਨ ਕਰਨ ਵਾਲੇ ਸੀ। ਉਹਨਾਂ ਦੱਸਿਆ ਕਿ ਮਾਰਚ 2013 ਤੋਂ ਲੈ ਕੇ ਫਰਵਰੀ 2017 ਤੱਕ ਤਕਰੀਬਨ 143 ਘਟਨਾਵਾਂ ਬੇਅਦਬੀ ਦੀਆਂ ਹੁੰਦੀਆਂ ਔਰ 2017 ਤੋਂ 2019 ਤੱਕ ਤਕਰੀਬਨ 104 ਘਟਨਾਵਾਂ ਬੇਅਦਬੀ ਦੀਆਂ ਹੁੰਦੀਆਂ। ਯਾਨੀ ਕਿ ਇੰਨੇ ਸਾਲਾਂ ਦੇ ਵਿੱਚ ਤਕਰੀਬਨ 250 ਘਟਨਾਵਾਂ ਪੰਜਾਬ ਦੇ ਵਿੱਚ ਬੇਅਦਬੀ ਦੀਆਂ ਹੁੰਦੀਆਂ, ਜੋ ਚਿੰਤਾ ਦਾ ਵਿਸ਼ੇ ਹੈ। ਔਰ ਇਸ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਨੇ ਕਨਵਰਜਨਸ ਦੇ ਉੱਤੇ ਵੀ ਗੱਲ ਕੀਤੀ ਕਿ ਜੋ ਕਨਵਰਜਨਸ ਹੋ ਰਹੀਆਂ ਨੇ ਬਾਰਡਰ ਇਲਾਕੇ ਦੇ ਵਿੱਚ ਉਹ ਵੀ ਚਿੰਤਾ ਦਾ ਵਿਸ਼ਾ ਹੈ। ਕੀ ਕਿਹਾ ਉਹਨਾਂ ਨੇ ਉਹ ਤੁਹਾਨੂੰ ਸੁਣਾਉਂਦੇ ਹਾਂ। ਮੈਂ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਉਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ ਮਾਨਯੋਗ ਸਿੰਘ ਸਾਹਿਬ ਜੀ ਨੇ ਦੱਸਿਆ ਹੈ ਕਿ ਅੱਜ ਦੀ ਜਿਹੜੀ ਇਕੱਤਰਤਾ ਹੈ, ਇਹਦਾ ਜਿਹੜਾ ਏਜੰਡਾ ਹੈ ਉਹ ਹੈ ਕਿ ਲਗਾਤਾਰ ਹੀ ਪਿਛਲੇ ਕੁਝ ਸਾਲਾਂ ਤੋਂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਅਦਬ ਸਤਕਾਰ ਨੂੰ ਢਾਹ ਲਾਉਣ ਵਾਲੀਆਂ ਕਾਰਵਾਈਆਂ ਜਿਹੜੀਆਂ ਨੇ ਉਹ ਹੋ ਰਹੀਆਂ ਨੇ। ਪੰਜਾਬ ਦੇ ਵਿੱਚ ਇੱਕਾ ਦੁੱਕਾ, ਪੰਜਾਬ ਤੋਂ ਬਾਹਰ ਤੇ ਕੁਝ ਇੱਕ ਵਿਦੇਸ਼ਾਂ ਦੇ ਵਿੱਚ ਵੀ ਹੋਈਆਂ ਨੇ। ਅੱਜ ਸੰਪਰਦਾਵਾਂ ਦੇ ਮੁਖੀ ਬੈਠੇ ਆ, ਚਿੰਤਕ ਸਿੱਖ ਬੈਠੇ ਆ, ਵਿਦਵਾਨ ਸਿੱਖ ਬੈਠੇ ਆ। ਅਸੀਂ ਇਸ ਲਈ ਆਪ ਜੀ ਨੂੰ ਸੱਦਿਆ ਕਿ ਇਹਦਾ ਹੱਲ ਕੀ ਹੈ। ਜੋ ਪਿੱਛੇ ਘਟਨਾਵਾਂ ਘਟੀਆਂ ਨੇ ਉਹ ਕੀ ਹੋਈਆਂ ਨੇ। ਸਾਡੇ ਕੋਲੇ ਸ੍ਰੀ ਅਕਾਲ ਤਖਤ ਸਾਹਿਬ ਤੇ ਜਿਹੜਾ ਅੰਕੜਾ ਹੈ ਉਹਦੀ ਮੈਂ ਸੰਖੇਪ ਜੀ ਆਪ ਜੀ ਨੂੰ ਝਾਤ ਪਵਾ ਦਿਆਂ।
4 ਮਾਰਚ 2013 ਤੋਂ ਲੈ ਕੇ 27/2/2017 ਤੱਕ 143 ਘਟਨਾਵਾਂ ਹੋਈਆਂ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਮਾਨ ਸਤਿਕਾਰ ਨੂੰ ਢਾਹ ਲਾਈ। ਸਾਡਾ ਮਕਸਦ ਇੱਥੇ ਕਿਸੇ ਪਾਰਟੀ ਦੀ ਸ਼ੋਭਾ ਕਰਨਾ ਜਾਂ ਕਿਸੇ ਪਾਰਟੀ ਦੀ ਨਿੰਦਿਆ ਕਰਨਾ ਨਹੀਂ ਹੈ। ਜਿਹੜਾ ਸਾਡੇ ਕੋਲ ਡਾਟਾ ਆਇਆ ਅਕਾਲ ਤਖਤ ਸਾਹਿਬ ਤੇ ਜਾਂ ਅਸੀਂ ਜਿਹੜਾ ਕਲੈਕਟ ਕੀਤਾ ਹੈ, ਇਹਨੂੰ ਅਸੀਂ 2 ਭਾਗਾਂ 'ਚ ਵੰਡ ਲਿਆ। ਇੱਕ 4/3/2013 ਤੋਂ ਲੈ ਕੇ 27/2/2017 ਤੱਕ, ਜਦੋਂ ਇੱਕ ਗਵਰਨਮੈਂਟ ਸੀ, ਤੇ ਫਿਰ 4/3/2017 ਤੋਂ ਲੈ ਕੇ 12/2/2019 ਤੱਕ। ਇਹ ਦੂਸਰਾ ਸਾਡੇ ਕੋਲੇ ਅੰਕੜਾ ਜਿਹਦੇ ਵਿੱਚ 104 ਘਟਨਾਵਾਂ ਵਾਪਰੀਆਂ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਸਤਿਕਾਰ ਨੂੰ ਢਾਹ ਲਾਉਣ ਵਾਲੀਆਂ। 12 ਫਰਵਰੀ 2019 ਤੋਂ ਬਾਅਦ ਦਾ ਜਿਹੜਾ ਡਾਟਾ ਹੈ ਉਹ ਅਜੇ ਕਲੈਕਟ ਹੋ ਰਿਹਾ ਹੈ। ਬਹੁਤ ਸਾਰੀਆਂ ਘਟਨਾਵਾਂ ਪਿਛਲੇ 1.5 ਸਾਲ ਦੇ ਸਮੇਂ ਦੌਰਾਨ ਵੀ ਵਾਪਰੀਆਂ ਨਹੀਂ ਜੋ ਇਸ ਲਿਸਟ ਦੇ ਵਿੱਚ ਸ਼ਾਮਲ ਨਹੀਂ ਹੈ। ਇੱਥੇ ਇਹ ਦੱਸਣਾ ਸਾਡਾ ਮਕਸਦ ਨਹੀਂ ਹੈ ਕਿ ਅਕਾਲੀ ਗਵਰਨਮੈਂਟ ਵੇਲੇ ਘੱਟ ਹੋਈਆਂ ਜਾਂ ਕਾਂਗਰਸ ਵੇਲੇ ਵੱਧ ਹੋਈਆਂ ਜਾਂ ਕਾਂਗਰਸ ਵੇਲੇ ਵੱਧ ਹੋਈਆਂ ਤੇ ਅਕਾਲੀ ਗਵਰਨਮੈਂਟ ਵੇਲੇ ਘੱਟ ਹੋਈਆਂ। ਸਾਡਾ ਇਹ ਮਕਸਦ ਨਹੀਂ ਹੈ। ਇਹ ਸਿਰਫ ਇੱਕ ਡਾਟਾ ਤਿਆਰ ਕੀਤਾ, ਇਹਨੂੰ 2 ਭਾਗਾਂ 'ਚ ਵੰਡਿਆ ਸੀ। ਵਿਦਵਾਨਾਂ ਨਾਲ ਰਾਏ ਕੀਤੀ, ਇਸ ਡਾਟੇ ਦਾ ਅਸੀਂ ਐਨਾਲਿਸਿਸ ਕਰਵਾਇਆ, ਕੁਝ ਚਿੰਤਕਾਂ ਨਾਲ ਰਾਏ ਕੀਤੀ। ਇਹਨੂੰ ਅਸੀਂ ਸਮਝਣ ਵਾਸਤੇ 3 ਕੈਟਾਗਰੀਆਂ ਦੇ ਵਿੱਚ ਵੰਡਤਾ। ਪਹਿਲੀ ਕੈਟਾਗਰੀ ਇਹਨਾਂ ਘਟਨਾਵਾਂ ਦੀ ਅਸੀਂ ਉਹ ਰੱਖੀ ਹੈ ਜਿਹਦੇ ਵਿੱਚ ਜਿਹੜੇ ਦੋਸ਼ੀ ਸਨ ਉਹ ਬਹੁਤ ਹੀ ਸ਼ਾਤਰ ਤੇ ਉਹਨਾਂ ਦੇ ਪਿੱਛੇ ਵੀ ਕੋਈ ਵੱਡੀ ਤਾਕਤ ਜਿਹੜੀ ਹੈ ਉਹ ਕੰਮ ਕਰਦੀ ਨਜ਼ਰ ਆਉਂਦੀ। ਜਿਵੇਂ ਬਰਗਾੜੀ ਦੇ ਵਿੱਚ, ਬੁਰਜ ਜਵਾਹਰ ਸਿੰਘ ਵਾਲਾ ਦੇ ਵਿੱਚ, ਗੁਰੂਸਰ ਦੇ ਵਿੱਚ ਘਟਨਾਵਾਂ ਘਟੀਆਂ, ਇਹ ਇੱਕ ਕੈਟਾਗਰੀ ਹੈ। ਇਹਦੇ ਪਿੱਛੇ ਜਿਹੜੇ ਦੋਸ਼ੀ ਸਨ ਬਹੁਤ ਹੀ ਸਿੱਖ ਧਰਮ ਨਾਲ, ਸਿੱਖ ਫਿਲਾਸਫੀ ਦੇ ਨਾਲ, ਸਿੱਖ ਮਰਿਆਦਾ ਨਾਲ, ਸਿੱਖ ਪਰੰਪਰਾਵਾਂ ਨਾਲ ਘਿਰਨਾ ਕਰਨ ਵਾਲੇ, ਤੇ ਇਹਦੇ ਪਿੱਛੇ ਵੀ ਕੋਈ ਨਾ ਕੋਈ ਕਿਸੇ ਨਾ ਕਿਸੇ ਵੱਡੀ ਤਾਕਤ ਜਿਹੜਾ ਹੱਥ ਜਿਹੜਾ ਹੈ ਉਸ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਦੂਸਰੀ ਕੈਟਾਗਰੀ ਅਸੀਂ ਉਹਨਾਂ ਘਟਨਾਵਾਂ ਦੀ ਜਿਹੜੀ ਹੈ ਬਣਾਈ ਹੈ ਜਿਹਦੇ ਵਿੱਚ ਜਿਹੜੇ ਦੋਸ਼ੀ ਸੀ ਉਹ ਬਦਦਮਾਗ, ਪਾਗਲ ਨਹੀਂ ਮੈਂ ਕਹਾਂਗਾ, ਪਾਗਲ ਬਣ ਜਾਂਦੇ ਹੁੰਦੇ ਆ ਬਾਅਦ ਦੇ ਵਿੱਚ ਜਦੋਂ ਫੜੇ ਜਾਂਦੇ ਆ, ਬਦਦਮਾਗ, ਮਾਨਸਿਕ ਤੌਰ ਤੇ ਕਮਜ਼ੋਰ, ਜਾਂ ਐਸੇ ਲੋਕ ਜਿਨ੍ਹਾਂ ਨੇ ਇੱਕ ਦੂਸਰੇ ਨੂੰ ਨੀਵਾਂ ਦਿਖਾਉਣ ਦੇ ਲਈ ਵੀ ਘਟਨਾਵਾਂ ਨੂੰ ਅੰਜਾਮ ਦਿੱਤਾ। ਕਿਸੇ ਨੇ ਗ੍ਰੰਥੀ ਨੂੰ ਫਸਾਉਣ ਵਾਸਤੇ, ਕਿਸੇ ਨੇ ਗੁਰਦੁਆਰੇ ਦੇ ਪ੍ਰਧਾਨ ਨੂੰ ਫਸਾਉਣ ਵਾਸਤੇ, ਕਿਸੇ ਨੇ ਸਮੁੱਚੇ ਪਿੰਡ ਨੂੰ ਫਸਾਉਣ ਵਾਸਤੇ ਇਹੋ ਜਿਹੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ। ਅਜਿਹੇ ਲੋਕ ਵੀ ਜਿਹੜੇ ਹੈ ਉਹ ਬੇਅਦਬੀ ਦੇ ਜ਼ਿੰਮੇਵਾਰ ਹੈ। ਤੀਸਰੀ ਇੱਕ ਕੈਟਾਗਰੀ ਇਹੋ ਜਿਹੀ ਵੀ ਸਾਹਮਣੇ ਆਈ ਜਿਨ੍ਹਾਂ ਨੂੰ ਅਸੀਂ ਭਾਵੇਂ ਬਰੀ ਨਹੀਂ ਕਰਦੇ ਪਰ ਉਹਨਾਂ ਨੇ ਅਣਜਾਣ ਪੁਣੇ ਦੇ ਵਿੱਚ, ਅਨਭੋਲ ਪੁਣੇ ਦੇ ਵਿੱਚ ਕੀਤਾ। ਜਿਵੇਂ ਇੱਥੇ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਇੱਕ ਬੀਬੀ ਸੀ, ਉਹਦਾ ਘਰ ਵਾਲਾ ਸੀ, ਉਹਦੇ 2 ਬੱਚੇ ਸੀ, ਇੱਕ ਬਜ਼ੁਰਗ ਮਾਤਾ ਸੀ। ਬੀਬੀ ਨੇ ਘਰ ਦੇ ਵਿੱਚੋਂ ਕੁਝ ਕਾਗਜ਼ ਇਕੱਠੇ ਕੀਤੇ, ਨਾਲ ਹੀ ਇੱਕ ਗੁਟਕਾ ਸਾਹਿਬ ਸੀ ਉਹ ਇਕੱਠਾ ਕੀਤਾ, ਤੇ ਰੋੜੀ ਸੀ, ਇੱਟਾਂ ਦੀ ਰੋੜੀ ਜਿਹੜੀ ਬਿਲਡਿੰਗ ਮਟੀਰੀਅਲ ਦੇ ਤੌਰ ਤੇ ਵਰਤੀ ਜਾਂਦੀ ਹੈ, ਉਹਦੇ ਤੇ ਰੱਖ ਕੇ ਉਹਨੂੰ ਅਗਨ ਭੇਟ ਜਿਹੜਾ ਉਹ ਕਰ ਦਿੱਤਾ। ਕਾਗਜ਼ ਜਿਹੜੇ ਸੀ ਉਹ ਅਗਨ ਭੇਟ ਹੋ ਕੇ, ਗੁਟਕਾ ਸਾਹਿਬ ਜਿਹੜਾ ਸੀ ਉਹ ਨਹੀਂ ਹੋਇਆ। ਹਵਾ ਆਈ ਤੇ ਉਹਦੇ ਅੰਗ ਖਿਲਰ ਗਏ, ਰੌਲਾ ਪਿਆ, ਪੁਲਿਸ ਆਈ, ਉਹਨਾਂ ਨੇ ਬੀਬੀ ਨੂੰ ਗ੍ਰਿਫਤਾਰ ਕਰ ਲਿਆ, ਉਹਦੇ ਘਰ ਵਾਲੇ ਨੂੰ ਵੀ ਗ੍ਰਿਫਤਾਰ ਕਰ ਲਿਆ। ਛੋਟੇ ਛੋਟੇ ਬੱਚੇ, ਬਜ਼ੁਰਗ ਮਾਤਾ ਬੱਚਿਆਂ ਨੂੰ ਸੰਭਾਲਣ ਤੋਂ ਅਸਮਰੱਥ ਉਹ ਦਿਲਕਦੇ ਦੇਖੇ। ਸਾਡੀ ਜਿਹੜੀ ਪੜਤਾਲੀਆ ਟੀਮ ਗਈ ਸੀ, ਪਤਾ ਕਿ ਇਹ ਅਨਭੋਲਪਣੇ ਚ ਹੋਈ ਹੈ,
ਪਰ ਅਸੀਂ ਉੱਥੇ ਕੁਝ ਨਹੀਂ ਕਰ ਸਕੇ ਕਿਉਂਕਿ ਸਾਡੀਆਂ ਜਿਹੜੀਆਂ ਜਥੇਬੰਦੀਆਂ ਉੱਥੇ ਪਹੁੰਚੀਆਂ ਉਹਨਾਂ ਦੀਆਂ ਅੱਖਾਂ ਦੇ ਵਿੱਚ ਖੂਨ, ਸ੍ਰੀ ਸਾਹਿਬਾਂ, ਪਿੰਡ ਵੀ ਖਾਮੋਸ਼। ਉਹ ਬੀਬੀ ਫੜ ਲਈ ਗਈ। ਉਸ ਤੋਂ ਬਾਅਦ ਕੀ ਬਣਿਆ ਕੀ ਨਹੀਂ ਬਣਿਆ ਉਹ ਬਾਅਦ ਦੀ ਗੱਲ ਹੈ। ਤਾਂ ਕੁਝ ਇੱਕ ਘਟਨਾਵਾਂ ਜਿਹੜੀਆਂ ਅਜਿਹੀਆਂ ਵੀ ਵਾਪਰੀਆਂ। ਤਾਂ ਇਹ 3 ਕੈਟਾਗਰੀਆਂ ਅਸੀਂ ਜਿਹੜੀਆਂ ਵਿਦਵਾਨਾਂ ਨਾਲ ਰਾਏ ਕਰਨ ਤੋਂ ਬਾਅਦ ਜਿਹੜੀਆਂ ਉਹ ਬਣਾਈਆਂ। ਵੱਧ ਵੀ ਹੋ ਸਕਦੀਆਂ, ਚੌਥੀ ਕੈਟਾਗਰੀ ਵੀ ਹੋ ਸਕਦੀ ਹੈ, ਪੰਜਵੀਂ ਵੀ ਹੋ ਸਕਦੀ ਹੈ, ਪਰ ਅਸੀਂ ਇਹ 3 ਕੈਟਾਗਰੀਆਂ ਜਿਹੜੀਆਂ ਇਹ ਸਾਰੇ ਡਾਟੇ ਦੀਆਂ ਅਸੀਂ 3 ਕੈਟਾਗਰੀਆਂ ਜਿਹੜੀਆਂ ਹੈ ਉਹ ਤਿਆਰ ਕੀਤੀਆਂ। 3 ਇਹ ਸ਼੍ਰੇਣੀਆਂ ਨੇ ਬੇਅਦਬੀ ਕਰਨ ਵਾਲੇ ਜਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਮਾਨ ਸਤਿਕਾਰ ਨੂੰ ਢਾਹ ਲਾਉਣ ਵਾਲੇ ਲੋਕਾਂ ਦੀਆਂ। ਹੁਣ ਸਨਮਾਨ ਦੀ ਜ਼ਿੰਮੇਵਾਰੀ ਕਿਹਦੀ ਹੈ? ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮਾਨ ਦੀ ਜ਼ਿੰਮੇਵਾਰੀ ਕਿਹਦੀ ਹੈ? ਸਰਕਾਰਾਂ ਦੀ ਜ਼ਿੰਮੇਵਾਰੀ ਨਹੀਂ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ ਸਨਮਾਨ ਕਰਾਉਣਾ। ਪ੍ਰਿੰਸੀਪਲ ਰਾਮ ਸਿੰਘ ਜੀ ਬੈਠੇ ਨੇ, ਅਸੀਂ ਗੱਲਾਂ ਕਰ ਰਹੇ ਸੀ। ਇਹ ਸਾਡੀ ਜ਼ਿੰਮੇਵਾਰੀ ਹੈ ਸਨਮਾਨ ਕਰਨਾ, ਅਦਬ ਕਰਨਾ, ਕਰਵਾਉਣਾ। ਅਦਬ ਕਰਨਾ, ਕਰਵਾਉਣਾ। ਇਹ ਕੋਈ ਹੱਲ ਨਹੀਂ ਹੈ ਵੀ ਜਿੱਥੇ ਸਾਨੂੰ ਲੱਗਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਸਨਮਾਨ ਨਹੀਂ ਹੈ, ਮਹਾਰਾਜ ਦਾ ਸਰੂਪ ਚੁੱਕ ਕੇ ਲੈ ਜਾਓ। ਇਹ ਕੋਈ ਹੱਲ ਨਹੀਂ ਹੈ। ਤਾਂ ਅੱਜ ਦੀ ਜਿਹੜੀ ਅਸੀਂ ਇਕੱਤਰਤਾ ਬੁਲਾਈ ਹੈ ਉਹਦਾ ਇਹ ਮਕਸਦ ਹੈ ਕਿ ਅਸੀਂ ਇਹਨਾਂ ਘਟਨਾਵਾਂ ਨੂੰ ਜਿਹੜੀਆਂ ਮੰਦਭਾਗੀਆਂ ਨੇ ਇਹ ਕਿਵੇਂ ਅਸੀਂ ਠੇਲ ਸਕਦੇ ਹਾਂ, ਕਿਵੇਂ ਠੱਲ ਪਾ ਸਕਦੇ ਹਾਂ, ਕਿਵੇਂ ਰੋਕੀਆਂ ਜਾ ਸਕਦੀਆਂ ਨੇ। ਇੱਕ ਜਿਹੜੀ ਸਭ ਤੋਂ ਪਹਿਲਾ ਕੈਟੇਗਰੀ ਦਾ ਮੈਂ ਜ਼ਿਕਰ ਕੀਤਾ ਹੈ ਉਹ ਕੈਟਾਗਰੀ ਜਿਹਦੇ ਵਿੱਚ ਦੋਸ਼ੀ ਜਿਹੜੇ ਨੇ ਬੜੇ ਸ਼ਾਤਰ, ਗੁਰੂ ਗ੍ਰੰਥ ਸਾਹਿਬ ਜੀ ਦੀ ਫਿਲਾਸਫੀ ਨਾਲ, ਗੁਰੂ ਗ੍ਰੰਥ ਸਾਹਿਬ ਜੀ ਨਾਲ, ਸਿੱਖ ਮਰਿਆਦਾ ਪਰੰਪਰਾਵਾਂ ਦੇ ਨਾਲ ਈਰਖਾ ਕਰਨ ਵਾਲੇ ਲੋਕ, ਜਿਨ੍ਹਾਂ ਨੇ ਘਟਨਾ ਨੂੰ ਅੰਜਾਮ ਦਿੱਤਾ। ਬਰਗਾੜੀ ਦੇ ਵਿੱਚ, ਗੁਰੂਸਰ ਦੇ ਵਿੱਚ, ਬੁਰਜ ਜਵਾਹਰ ਸਿੰਘ ਵਾਲਾ ਦੇ ਵਿੱਚ, ਜਿਹੜਾ ਦੁਨੀਆ ਭਰ ਦੇ ਵਿੱਚ ਜਿਹੜਾ ਚਰਚਾ ਦਾ ਵਿਸ਼ਾ ਬਣਿਆ ਹੋਇਆ। ਇਹ ਜਿਹੜੇ ਇਨਸੀਡੈਂਟ ਹੋਏ ਹੈ, ਮੰਦਭਾਗੇ ਇਨਸੀਡੈਂਟ ਹੋਏ ਹੈ, ਇਹਨਾਂ ਬਾਰੇ ਵੀ ਸਾਡੀ ਸੰਗਤ ਨੂੰ ਬਹੁਤੀ ਜਾਣਕਾਰੀ ਨਹੀਂ ਹੈ। ਕਿਵੇਂ ਹੋਏ, ਕੀ ਹੋਇਆ। ਆ ਸਾਡੇ ਖਟੜਾ ਸਾਹਿਬ ਬੈਠੇ ਨੇ, ਮੈਂ ਉਦੋਂ ਮੁਕਤਸਰ ਸਾਹਿਬ ਸੀ। ਇਹ ਗਵਰਨਮੈਂਟ ਵੱਲੋਂ ਬਣਾਈ ਸਿੱਟ ਦੇ ਮੁਖੀ ਸੀ ਤੇ ਜਿਹੜੇ ਬਰਗਾੜੀ ਦੇ ਦੌਰਾਨ ਜਿਹੜੇ ਗੁਰੂ ਸਾਹਿਬ ਦੇ ਅੰਗ ਉੱਥੇ ਮੌਜੂਦ ਸੀ ਉਹਨਾਂ ਨੂੰ ਸ੍ਰੀ ਦਰਬਾਰ ਸਾਹਿਬ ਸ੍ਰੀ ਮੁਕਤਸਰ ਸਾਹਿਬ ਰੱਖਿਆ ਗਿਆ ਸੀ। ਉਦੋਂ ਇਹ ਆਈਜੀ ਸਾਹਿਬ ਸੀ, ਇਹੋ ਲੈ ਕੇ ਆਏ ਸੀ। ਅਸੀਂ ਸਾਰੀ ਬਕਾਇਦਾ ਉਹਦੀ ਜਿਹੜੀ ਹੈ ਉਹ ਫੋਰੈਂਸਿਕ ਜਾਂਚ ਵੀ ਜਿਹੜੀ ਟੀਮ ਆਈ ਸੀ ਉਹਨੂੰ ਵੀ ਅਸੀਂ ਹੈਂਡਲ ਕੀਤਾ ਸੀ। ਬਕਾਇਦਾ ਪ੍ਰੋਪਰ ਉਹ ਅੰਗ ਸੰਭਾਲੇ ਵੀ ਸੀ, ਅੱਜ ਵੀ ਸੰਭਾਲੇ ਆ। ਤਾਂ ਇਹ ਬਹੁਤ ਨੇੜਿਓਂ ਇਹਨਾਂ ਘਟਨਾਵਾਂ ਨਾਲ ਜੁੜੇ ਆ। ਇਹਨਾਂ ਨੂੰ ਸਪੈਸ਼ਲੀ ਤੌਰ ਤੇ ਅਸੀਂ ਬੁਲਾਇਆ, ਸਿਰਫ ਇਸ ਕਰਕੇ ਬੁਲਾਇਆ ਤਾਂ ਕਿ ਸਾਨੂੰ ਦੱਸਣ ਸਾਰਿਆਂ ਨੂੰ ਕਿ ਉੱਥੇ ਹੋਇਆ ਕੀ ਹੈ। ਕੋਈ ਕੁਝ ਕਹੀ ਜਾਂਦਾ ਹੈ, ਕੋਈ ਕੁਝ ਕਹੀ ਜਾਂਦਾ ਹੈ, ਕੋਈ ਕੁਝ ਕਹੀ ਜਾਂਦਾ ਹੈ, ਕੋਈ ਕੁਝ ਕਹੀ ਜਾਂਦਾ ਹੈ। ਕਈ ਸਾਰੀਆਂ ਘਟਨਾਵਾਂ ਨੂੰ ਜਿਹੜਾ ਉਹ ਰਲਗੱਡੀ ਕਰੀ ਜਾਂਦਾ ਹੈ, ਸਾਰੀਆਂ ਘਟਨਾਵਾਂ ਨੂੰ ਰਲਗੱਡ ਕਰੀ ਜਾਂਦਾ ਹੈ, ਜਦ ਕਿ ਰਲਗੱਡ ਨਹੀਂ ਕੀਤਾ ਜਾ ਸਕਦਾ। ਇਹ ਅਲੱਗ-ਅਲੱਗ ਘਟਨਾਵਾਂ ਨੇ। ਜੇ ਅਸੀਂ ਟੋਟਲ ਗਿਣਤੀ ਗਿਣੀਏ ਤਾਂ 4 ਮਾਰਚ 2013 ਤੋਂ ਲੈ ਕੇ 27 ਫਰਵਰੀ 2017 ਤੱਕ 143 ਘਟਨਾਵਾਂ ਵਾਪਰੀਆਂ ਤੇ 4 ਮਾਰਚ 2017 ਤੋਂ ਲੈ ਕੇ 1.5 ਸਾਲ ਪਹਿਲਾਂ 12 ਫਰਵਰੀ 2019 ਤੱਕ 104 ਘਟਨਾਵਾਂ ਵਾਪਰੀਆਂ। ਯਾਨੀ 250 ਦੇ ਕਰੀਬ ਇਹ ਘਟਨਾਵਾਂ ਜਿਹੜੀਆਂ ਇਹ ਵਾਪਰੀਆਂ ਨੇ। ਤਾਂ ਮੈਂ ਮਾਨਯੋਗ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ ਜੋ ਸਟੇਜ ਦੀ ਸੇਵਾ ਸੰਭਾਲ ਰਹੇ ਨੇ ਉਹਨਾਂ ਨੂੰ ਇਹ ਬੇਨਤੀ ਕਰਾਂਗਾ ਕਿ ਦੂਜਾ ਜਿਹੜਾ ਏਜੰਡਾ ਅੱਜ ਦੀ ਮੀਟਿੰਗ ਦਾ ਹੋਇਆ ਕਿ ਜਿਹੜਾ ਬਾਰਡਰ ਏਰੀਏ ਦੇ ਵਿੱਚ ਧਰਮ ਪਰਿਵਰਤਨ ਹੋ ਰਿਹਾ ਬੜੀ ਸ਼ਾਤਰਤਾ ਦੇ ਨਾਲ। ਵੈਸੇ ਹਰ ਇੱਕ ਨੂੰ ਅਧਿਕਾਰ ਹੈ ਆਪਣੇ ਧਰਮ ਦੀਆਂ ਵਡਿਆਈਆਂ ਦੱਸਣ ਦਾ, ਲੇਕਿਨ ਸ਼ਾਤਰਤਾ ਦੇ ਨਾਲ ਡਰਾ ਕੇ ਧਮਕਾ ਕੇ ਕਿਸੇ ਦਾ ਕਨਵਰਜ਼ਨ ਕਰਾਉਣਾ ਜਿਹੜਾ ਇਹ ਗੱਲ ਬਿਲਕੁਲ ਯੋਗ ਨਹੀਂ ਹੈ, ਸਹੀ ਨਹੀਂ ਹੈ। ਤੇ ਮੈਂ ਫਿਰ ਦੁਬਾਰਾ ਕਲੀਅਰ ਕਰ ਦਿਆਂ ਗੱਲ ਕਿ ਸਾਡਾ ਇਸ ਇਕੱਤਰਤਾ ਦਾ ਮਕਸਦ ਜਿਹੜਾ ਹੈ ਕੋਈ ਪੋਲੀਟੀਕਲ ਨਹੀਂ ਹੈ, ਨਾ ਕਿਸੇ ਪਾਰਟੀ ਨੂੰ ਨੀਵਾਂ ਦਿਖਾਉਣਾ, ਨਾ ਕਿਸੇ ਪਾਰਟੀ ਦੀ ਸ਼ੋਭਾ ਕਰਨੀ। ਇਸ ਪੇਸ਼ਕਸ਼ 'ਚ ਇੰਨਾ ਹੀ, ਇਜਾਜ਼ਤ ਦਿਓ। ਧੰਨਵਾਦ।